ਮੈਂ ਆਪਣੀ ਬੇਟੀ ਨੂੰ ਆਵਾਜ਼ ਦੇ ਰਹੀ ਸੀ। ਸਵੇਰੇ ਦੇ 9 ਵੱਜ ਚੁੱਕੇ ਸੀ, ਪਰ ਰੇਨੂ ਅਜੇ ਤੱਕ ਜਾਗੀ ਨਹੀਂ ਸੀ। ਅੱਜ-ਕੱਲ੍ਹ ਉਸਦੇ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਉਸਦੇ ਨਾ ਪੜ੍ਹਨ ਕਰਕੇ ਬਹੁਤ ਪਰੇਸ਼ਾਨ ਸੀ। ਇਸ ਕਰਕੇ ਮੈਂ ਉਸਨੂੰ ਹੋਸਟਲ ਵਿੱਚ ਪਾ ਦਿੱਤਾ। ਉਹ ਛੁੱਟੀਆਂ ਵਿੱਚ ਘਰ ਰਹਿਣ ਆਈ ਸੀ। ਮੈਨੂੰ ਲੱਗਾ ਜਿਵੇਂ ਮੇਰੀ ਬੇਟੀ 'ਤੇ ਜਿੰਨ ਭੂਤ ਦਾ ਸਾਇਆ ਹੋਵੇ। ਜਦੋਂ ਉਹ ਘਰ ਆਈ ਤਾਂ ਮੈਨੂੰ ਥੋੜ੍ਹੀ ਬਦਲੀ ਜਿਹੀ ਲੱਗੀ। ਉਹ ਅੱਡ ਕਮਰੇ ਵਿੱਚ ਸੌਣ ਲੱਗੀ। ਪਹਿਲਾਂ ਉਹ ਮੇਰੇ ਨਾਲ ਸੌਂਦੀ ਸੀ। ਕੁਝ ਦਿਨ ਤੋਂ ਮੈਨੂੰ ਲੱਗ ਰਿਹਾ ਸੀ ਉਹ ਮੇਰੇ ਤੋਂ ਕੁਝ ਛੁਪਾ ਰਹੀ ਆ। ਸਵੇਰੇ ਜਦੋਂ ਉਸਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਤਾਂ ਉਹ ਦਰਵਾਜ਼ਾ ਬਹੁਤ ਦੇਰ ਨਾਲ ਖੋਲ੍ਹਦੀ ਤੇ ਘਬਰਾਈ ਹੋਈ ਹੁੰਦੀ। ਅੱਜ ਵੀ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਅੱਕ ਗਈ ਸੀ। ਫਿਰ ਉਸਨੇ ਆਵਾਜ਼ ਦਿੱਤੀ ਤਾਂ ਉਸਨੇ ਮਰੀ ਜਿਹੀ ਆਵਾਜ਼ ਕੱਢੀ ਤੇ ਦਰਵਾਜ਼ਾ ਖੋਲ੍ਹਿਆ ਤਾਂ ਚਿਹਰੇ 'ਤੇ ਅਜੀਬ ਜਿਹੀ ਥਕਾਵਟ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਬਹੁਤ ਪਰੇਸ਼ਾਨ ਸੀ। ਮੇਰੀ ਨਜ਼ਰ ਉਸਦੇ ਪੈਰਾਂ 'ਤੇ ਪਈ ਤਾਂ ਉਹ ਬਹੁਤ ਅਜੀਬ ਜਿਹੇ ਤਰੀਕੇ ਨਾਲ ਖੜੀ ਸੀ, ਜਿਵੇਂ ਉਹ ਕਿਸੇ ਤਕਲੀਫ ਵਿੱਚ ਹੋਵੇ। ਅੱਜ ਕਈ ਦਿਨਾਂ ਤੋਂ ਮੇਰੀ ਨਨਾਣ ਰੀਤ ਵੀ ਸਾਡੇ ਘਰ ਆਈ ਸੀ। ਰੀਤ ਮੇਰੇ ਪਤੀ ਦੀ ਇਕਲੌਤੀ ਭੈਣ ਸੀ। ਮੇਰੇ ਸੱਸ ਸਹੁਰਾ ਇਸ ਦੁਨੀਆ ਵਿੱਚ ਨਹੀਂ ਸਨ। ਮੇਰੀ ਨਨਾਣ ਦਾ ਸਾਡੇ ਘਰ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ। ਮੈਨੂੰ ਡਰ ਸੀ ਕਿਤੇ ਮੇਰੀ ਧੀ ਉਹਨਾਂ ਦੇ ਸਾਹਮਣੇ ਨਾ ਆ ਜਾਵੇ। ਜੇਕਰ ਇਹੀ ਹਾਲ 'ਚ ਆ ਗਈ ਤਾਂ ਜ਼ਰੂਰ ਕੋਈ ਨਾ ਕੋਈ ਗੱਲ ਕਰੇਗੀ, ਕਿਉਂਕਿ ਉਸ ਨੂੰ ਤਾਂ ਬਸ ਗੱਲਾਂ ਦਾ ਬਹਾਨਾ ਚਾਹੀਦਾ ਹੁੰਦਾ। ਉਸੇ ਵੇਲੇ ਮੇਰੀ ਨਨਾਣ ਨੇ ਪਿੱਛੋਂ ਆਵਾਜ਼ ਮਾਰੀ ਕਿ ਮੋਨਿਕਾ, ਤੇਰੀ ਧੀ ਨਹੀਂ ਦਿਸਦੀ, ਕੀ ਗੱਲ ਆ? ਮੈਨੂੰ ਕਿੰਨੇ ਦਿਨ ਹੋ ਗਏ ਉਸ ਨੂੰ ਮਿਲੇ ਹੋਏ। ਮੈਂ ਆਪਣੀ ਧੀ ਨੂੰ ਬਾਹਰ ਆਉਣ ਲਈ ਆਵਾਜ਼ ਮਾਰੀ ਤਾਂ ਉਹ ਲੰਗੜਾ ਕੇ ਚੱਲਦੀ ਹੋਈ ਸਾਹਮਣੇ ਆਈ। ਇਹ ਦੇਖ ਕੇ ਮੇਰੀ ਨਨਾਣ ਨੇ ਮੂੰਹ 'ਤੇ ਹੱਥ ਰੱਖ ਲਿਆ। ਮੋਨਿਕਾ, ਇਸ ਨੂੰ ਕੀ ਹੋ ਗਿਆ? ਇਹ ਲੰਗੜਾ ਕੇ ਕਿਉਂ ਚੱਲ ਰਹੀ ਆ? ਰੱਬ ਨਾ ਕਰੇ ਕਿਤੇ ਕੁਝ ਗਲਤ ਹੋਵੇ। ਮੇਰੀ ਨਨਾਣ ਦੀ ਗੱਲ ਸੁਣ ਮੇਰਾ ਕਾਲਜਾ ਬਾਹਰ ਆ ਗਿਆ, ਪਰ ਮੈਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਅੱਜ ਮੇਰੀ ਧੀ ਦੀ ਤਬੀਅਤ ਠੀਕ ਨਹੀਂ। ਮੇਰੀ ਨਨਾਣ ਮੇਰੀ ਧੀ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੇਖੀ ਜਾ ਰਹੀ ਸੀ, ਨਾਲੇ ਉਸਦੀ ਇਹ ਹਾਲਤ ਦੇਖ ਕੇ ਖੁਸ਼ ਹੋ ਰਹੀ ਸੀ। ਮੈਂ ਆਪਣੀ ਧੀ ਨੂੰ ਕਿਹਾ ਕਿ ਕਮਰੇ ਵਿੱਚ ਜਾ ਕੇ ਤਿਆਰ ਹੋ ਕੇ ਆ। ਕਾਫੀ ਟਾਈਮ ਬਾਅਦ ਮੇਰੀ ਧੀ ਬਾਹਰ ਨਾ ਆਈ ਤਾਂ ਮੈਂ ਮਜਬੂਰਨ ਉਸਦੇ ਕਮਰੇ ਵਿੱਚ ਚਲੀ ਗਈ, ਪਰ ਸਾਹਮਣੇ ਦਾ ਹਾਲ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਧੀ ਦੇ ਸਿਰਹਾਣੇ 'ਤੇ ਨਜ਼ਰ ਮਾਰੀ ਤਾਂ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਧੀ ਮੇਰੇ ਤੋਂ ਇੰਨੀ ਵੱਡੀ ਗੱਲ ਲੁਕੋ ਗਈ, ਪਰ ਉਸ ਵੇਲੇ ਰੀਤ ਮੈਨੂੰ ਬੁਲਾ ਰਹੀ ਸੀ, ਇਸ ਲਈ ਮੈਂ ਚੁੱਪ ਹੋ ਗਈ। ਮੈਂ ਆਪਣੀ ਧੀ ਨੂੰ ਕੋਈ ਸਵਾਲ ਨਾ ਕੀਤਾ। ਮੇਰੀ ਬੇਟੀ ਕਮਰੇ ਦੇ ਬਾਥਰੂਮ ਵਿੱਚ ਤਿਆਰ ਹੋ ਰਹੀ ਸੀ। ਥੋੜ੍ਹੀ ਦੇਰ ਬਾਅਦ ਉਹ ਬਾਹਰ ਬਾਥਰੂਮ ਵਿੱਚੋਂ ਆਈ ਤਾਂ ਬਹੁਤ ਸੋਹਣਾ ਸੂਟ ਪਾਇਆ ਸੀ, ਜਿਸ ਨੂੰ ਦੇਖ ਕੇ ਮੈਂ ਪਰੇਸ਼ਾਨ ਹੋ ਗਈ, ਕਿਉਂਕਿ ਇਹ ਕੱਪੜੇ ਤਾਂ ਮੈਂ ਉਸ ਨੂੰ ਲੈ ਕੇ ਨਹੀਂ ਦਿੱਤੇ ਸਨ। ਮੇਰੀ ਧੀ ਨੂੰ ਦੇਖ ਮੇਰੀ ਨਨਾਣ ਉਸਦੀ ਨਜ਼ਰ ਉਤਾਰਨ ਲੱਗੀ ਤੇ ਬੋਲੀ ਕਿ ਤੇਰੀ ਬੇਟੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ, ਬਹੁਤ ਸੋਹਣੀ ਲੱਗਦੀ ਆ। ਇਹ ਆਖ ਉਹ ਖਚਰੀ ਜਿਹੀ ਹਾਸੀ ਹੱਸਣ ਲੱਗੀ। ਥੋੜੇ ਸਮੇਂ ਬਾਅਦ ਉੱਠ ਕੇ ਚਲੀ ਗਈ। ਉਸਦੇ ਜਾਣ ਤੋਂ ਬਾਅਦ ਮੇਰਾ ਗੁੱਸਾ ਮੇਰੀ ਬੇਟੀ ਤੇ ਨਿਕਲਿਆ। ਮੈਂ ਉਸਨੂੰ ਕਿਹਾ, ਇਹ ਕੱਪੜੇ ਕਿੱਥੋਂ ਲਿਆਈ ਐ? ਮੈਂ ਤਾਂ ਤੈਨੂੰ ਲੈ ਕੇ ਨਹੀਂ ਦਿੱਤੇ। ਮੇਰੀ ਗੱਲ ਸੁਣ ਉਹ ਬੋਲੀ ਕਿ ਮਾਂ, ਤੁਸੀਂ ਵੀ ਕਮਾਲ ਕਰਦੇ ਹੋ। ਜਦੋਂ ਮੈਂ ਹੋਸਟਲ 'ਚ ਸੀ, ਮੇਰੀ ਇੱਕ ਸਹੇਲੀ ਜੋ ਬਹੁਤ ਅਮੀਰ ਸੀ, ਸ਼ੀਤਲ, ਉਸ ਬਾਰੇ ਤੁਹਾਨੂੰ ਦੱਸਿਆ ਤਾਂ ਸੀ। ਪਿਛਲੇ ਦਿਨੀ ਮੇਰੇ ਜਨਮ ਦਿਨ 'ਤੇ ਉਸਨੇ ਮੈਨੂੰ ਇਹ ਤੋਹਫੇ ਵਿੱਚ ਦਿੱਤੇ ਸੀ। ਮੈਂ ਰੀਤ ਦੇ ਸਾਹਮਣੇ ਤੈਥੋਂ ਪੁੱਛ ਲੈਂਦੀ ਤਾਂ ਕੀ ਹੁੰਦਾ? ਮੈਂ ਆਪਣੀ ਧੀ ਨੂੰ ਕੋਸਦੇ ਹੋਏ ਕਿਹਾ, ਰੀਤ ਆਂਟੀ ਇੰਨੀ ਵੀ ਬੁਰੀ ਨਹੀਂ ਜਿੰਨੀ ਤੁਸੀਂ ਸਮਝਦੇ ਹੋ। ਮੈਂ ਆਪਣੀ ਬੇਟੀ ਦੀਆਂ ਇਹ ਗੱਲਾਂ ਸੁਣ ਕੇ ਗੁੱਸਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਚੁੱਪਚਾਪ ਆਪਣੇ ਕੰਮ ਵਿੱਚ ਬਿਜੀ ਹੋ ਗਈ। ਪਰ ਇੱਕ ਦਿਨ ਅਜਿਹੀ ਘਟਨਾ ਵਾਪਰੀ। ਉਸ ਦਿਨ ਮੇਰੀ ਧੀ ਹੋਸਟਲ 'ਚੋਂ ਆਈ। ਆ ਕੇ ਕਹਿੰਦੀ, ਮੈਂ ਬਹੁਤ ਥੱਕ ਗਈ ਹਾਂ, ਆਰਾਮ ਕਰਨਾ ਚਾਹੁੰਦੀ ਹਾਂ। ਉਹ ਘਰ ਦਾ ਕੋਈ ਵੀ ਕੰਮ ਨਹੀਂ ਸੀ ਕਰਦੀ ਤੇ ਫਿਰ ਵੀ ਥੱਕ ਜਾਂਦੀ। ਇਸ ਲਈ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਿਆ। ਸਵੇਰ ਵੇਲੇ ਉਸਦੀ ਹਾਲਤ ਅਜੀਬ ਜਿਹੀ ਹੁੰਦੀ। ਅਗਲੇ ਦਿਨ ਵੀ ਅਜਿਹਾ ਹੀ ਹੋਇਆ। ਸਵੇਰੇ 10 ਵਜੇ ਤੱਕ ਸੁੱਤੀ ਰਹੀ, ਪਰ ਜਦੋਂ ਉਹ ਹੋਸਟਲ ਵਿੱਚ ਸੀ ਤਾਂ ਸਵੇਰੇ 5 ਵਜੇ ਹੀ ਉੱਠ ਜਾਂਦੀ ਸੀ। ਹੁਣ ਉਹ ਦੇਰ ਰਾਤ ਤੱਕ ਜਾਗਦੀ ਰਹਿੰਦੀ ਤੇ ਸਵੇਰੇ ਦੇਰ ਰਾਤ ਤੱਕ ਸੌਂਦੀ ਰਹਿੰਦੀ। ਘਰ ਵਿੱਚ ਬੜੀਆਂ ਹੀ ਅਜੀਬ ਹਰਕਤਾਂ ਕਰਦੀ ਰਹਿੰਦੀ, ਪਰ ਮੈਂ ਉਸ ਨੂੰ ਕਦੇ ਕੋਈ ਸਵਾਲ ਨਾ ਕੀਤਾ। ਇੱਕ ਦਿਨ ਸਾਡੇ ਘਰੇ ਆਂਟੀ ਆਈ।
ਉਹ ਮੇਰੀ ਬੇਟੀ ਵੱਲ ਦੇਖ ਕੇ ਮੈਨੂੰ ਕਹਿਣ ਲੱਗੀ, ਤੂੰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਆਂ? ਤੈਨੂੰ ਆਪਣੀ ਧੀ ਦੀ ਹਾਲਤ ਨਜ਼ਰ ਨਹੀਂ ਆਉਂਦੀ? ਇਸ ਦੀ ਉਮਰ ਹੀ ਕਿੰਨੀ ਕਾ? ਤੈਨੂੰ ਤਾਂ ਇਸ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਚਾਹੀਦੀ ਆ। ਰੱਬ ਨਾ ਕਰੇ ਕੱਲ੍ਹ ਨੂੰ ਕੋਈ ਊਚ ਨੀਚ ਹੋ ਗਈ ਤਾਂ ਤੂੰ ਕਿਸ ਨੂੰ ਉਲਾਂਭਾ ਦੇਵੇਂਗੀ? ਆਪਣੀ ਧੀ ਨੂੰ ਦੇਖ ਕੀ ਕਰਦੀ ਆ। ਉਸ ਦੀ ਇਹ ਹਾਲਤ ਹੁਣੇ ਤੋਂ ਹੀ ਕਿਉਂ? ਇਹ ਤਾਂ ਵਿਆਹੀਆਂ ਕੁੜੀਆਂ ਵਰਗੀਆਂ ਹਰਕਤਾਂ ਕਰਦੀ ਆ। ਇਸ ਦੇ ਚੱਲਣ ਫਿਰਨ ਦਾ ਅੰਦਾਜ਼ ਦੇਖ, ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ, ਅਜੀਬ ਜਿਹੀਆਂ ਹਰਕਤਾਂ ਨਜ਼ਰ ਆਉਂਦੀਆਂ ਤੇਰੀ ਧੀ ਦੀਆਂ ਅੱਖਾਂ 'ਚੋਂ। ਆਂਟੀ ਤਾਂ ਨਜ਼ਰਾਂ ਪੜ੍ਹਨ ਵਾਲੀ ਔਰਤ ਸੀ। ਲੜਕੀ ਦੀ ਚਾਲ ਦੇਖ ਕੇ ਦੱਸ ਦਿੰਦੀ ਸੀ ਕਿ ਉਸ ਦਾ ਕਿਸੇ ਨਾਲ ਸੰਬੰਧ ਹੈ। ਉਸ ਦੀਆਂ ਕਈਆਂ ਗੱਲਾਂ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ। ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਬੇਟੀ 'ਤੇ ਪੂਰੀ ਨਜ਼ਰ ਰੱਖਾਂਗੀ। ਇੱਕ ਦਿਨ ਸਵੇਰੇ ਉੱਠੀ ਤਾਂ ਮੈਨੂੰ ਕਹਿਣ ਲੱਗੀ, ਮੇਰੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ, ਮੇਰੇ ਤੇਲ ਮਾਲਿਸ਼ ਕਰ ਦੇ। ਮੈਂ ਕਿਹਾ ਠੀਕ ਆ, ਮੈਂ ਗਰਮ ਤੇਲ ਕਰਕੇ ਲੈ ਕੇ ਆਉਣੀ ਆ ਤੇਰੇ ਕਮਰੇ ਵਿੱਚ। ਮੈਂ ਉਸ ਦੇ ਕਮਰੇ ਵਿੱਚ ਆਈ ਤਾਂ ਕੁਝ ਸੋਚ ਕੇ ਉਸਨੇ ਤੇਲ ਮਾਲਿਸ਼ ਕਰਵਾਉਣ ਤੋਂ ਮਨਾ ਕਰ ਦਿੱਤਾ ਤੇ ਬੋਲੀ, ਰਹਿਣ ਦੇ ਮਾਂ, ਦਰਦ ਠੀਕ ਹੋ ਗਿਆ, ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ। ਮੈਂ ਆਪਣੀ ਧੀ ਦੇ ਚਿਹਰੇ ਦੀ ਘਬਰਾਹਟ ਦੇਖ ਕੇ ਸਮਝ ਗਈ ਸੀ ਕਿ ਉਹ ਮੈਨੂੰ ਆਪਣਾ ਸਰੀਰ ਨਹੀਂ ਦਿਖਾਉਣਾ ਚਾਹੁੰਦੀ ਸੀ। ਜ਼ਰੂਰ ਉਸ ਨੂੰ ਮੇਰੇ ਤੋਂ ਕੋਈ ਖਤਰਾ ਸੀ। ਮੈਨੂੰ ਉਹ ਆਂਟੀ ਕਹੀ ਗੱਲ ਚੇਤੇ ਆ ਗਈ ਕਿ ਤੂੰ ਆਪਣੀ ਬੇਟੀ 'ਤੇ ਨਜ਼ਰ ਰੱਖ। ਮੈਂ ਆਪਣੀ ਬੇਟੀ ਨੂੰ ਕਿਹਾ, ਮੈਂ ਅੱਜ ਤੇਰੇ ਨਾਲ ਸੌਣਾ ਚਾਹੁੰਦੀ ਆ, ਇਸ ਲਈ ਤੂੰ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਰੱਖੀ। ਮੇਰੀ ਗੱਲ ਸੁਣ ਕੇ ਉਸਨੇ ਮੂੰਹ ਬਣਾ ਲਿਆ ਤੇ ਕਿਹਾ ਠੀਕ ਆ। ਅਤੇ ਜਿਵੇਂ ਹੀ ਮੈਂ ਆਪਣੇ ਕੰਮ ਨਿਪਟਾ ਕੇ ਉਸਦੇ ਕਮਰੇ ਵਿੱਚ ਗਈ ਤਾਂ ਉਸਨੇ ਆਪਣਾ ਕਮਰਾ ਅੰਦਰੋਂ ਲੌਕ ਕਰ ਰੱਖਿਆ ਸੀ। ਮੈਂ ਹੈਰਾਨ ਹੋਈ ਤੇ ਗੁੱਸਾ ਵੀ ਆਇਆ। ਮੈਂ ਦਰਵਾਜ਼ਾ ਖੜਕਾਉਣ ਲੱਗੀ ਪਰ ਉਹ ਸੌਂ ਗਈ ਤੇ ਹੁਣ ਮੇਰਾ ਗੁੱਸੇ ਨਾਲ ਬੁਰਾ ਹਾਲ ਸੀ ਤੇ ਸ਼ੱਕ ਵੱਖਰਾ। ਕੋਈ ਜਵਾਨ ਬੇਟੀ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਵੇਂ ਤਾਂ ਮਾਂ-ਬਾਪ ਉਸ ਬਾਰੇ ਕਿਵੇਂ ਚੰਗਾ ਸੋਚ ਸਕਦੇ ਆ। ਜਦੋਂ ਉਹ ਸਵੇਰੇ ਉੱਠੀ ਤਾਂ ਮੈਂ ਉਸ ਨੂੰ ਕਿਹਾ, ਅੱਜ ਮੈਂ ਤੇਰੇ ਨਾਲ ਹੋਸਟਲ ਚੱਲਾਂਗੀ। ਉਸ ਨੇ ਕੁਝ ਦਿਨਾਂ ਤੋਂ ਹੋਸਟਲ ਲਈ 2 ਵਜੇ ਦਾ ਸਮਾਂ ਰੱਖਿਆ ਸੀ। ਪਹਿਲਾਂ ਉਹ ਸਵੇਰੇ ਉੱਠ ਕੇ ਹੋਸਟਲ ਜਾਂਦੀ ਸੀ। ਉਹਦਾ ਇਹ ਕੀ ਕਾਰਨ ਸੀ ਮੈਨੂੰ ਸਮਝ ਨਾ ਆਇਆ। ਮੈਂ ਸੋਚਿਆ ਰਾਤ ਨੂੰ ਇਸ ਦੇ ਕਮਰੇ ਵਿੱਚ ਸੌਣ ਤੋਂ ਚੰਗਾ ਸਭ ਤੋਂ ਪਹਿਲਾਂ ਇਸ ਦੇ ਹੋਸਟਲ 'ਚ ਪਤਾ ਕਰਾਂ ਕਿ ਇਹ ਪੜ੍ਹਨ ਵੀ ਜਾਂਦੀ ਆ ਜਾਂ ਫਿਰ ਮੈਨੂੰ ਝੂਠ ਬੋਲਦੀ ਆ। ਮੈਂ ਉਸ ਦੇ ਹੋਸਟਲ ਜਾ ਕੇ ਸਟਾਫ ਰੂਮ ਵਿੱਚ ਗਈ ਤਾਂ ਮੈਨੂੰ ਮੈਡਮ ਰੇਨੂ ਮਿਲੀ ਤੇ ਮੈਂ ਉਸ ਨੂੰ ਕਿਹਾ, ਤੁਸੀਂ ਮੇਰੀ ਬੱਚੀ ਨੂੰ ਪੜ੍ਹਾਉਂਦੇ ਹੋ? ਤਾਂ ਉਸ ਨੇ ਕਿਹਾ, ਮੈਂ ਪਹਿਲਾਂ ਸਵੇਰ ਵਾਲੀ ਸ਼ਿਫਟ ਵਿੱਚ ਉਸ ਨੂੰ ਪੜ੍ਹਾਉਂਦੀ ਸੀ ਪਰ ਹੁਣ ਸ਼ਾਮ ਵਾਲੀ ਸ਼ਿਫਟ ਵਿੱਚ ਨਹੀਂ, ਉਸ ਨੂੰ ਕੋਈ ਹੋਰ ਪੜ੍ਹਾ ਰਹੇ ਨੇ। ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਆ। ਇਹ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਮੈਂ ਕਿਹਾ, ਕੁਝ ਜਾਣਨ ਲਈ ਹੀ ਹੋਸਟਲ ਆਈ ਆ। ਮੈਂ ਉਹਨਾਂ ਨੂੰ ਕਿਹਾ, ਦੱਸੋ ਮੇਰੀ ਬੇਟੀ ਬਾਰੇ ਕੀ ਜਾਣਦੇ ਹੋ? ਉਸ ਨੇ ਕਿਹਾ, ਰੱਬ ਨਾ ਕਰੇ ਤੁਹਾਡੀ ਧੀ ਨੂੰ ਕੁਝ ਹੋਵੇ, ਪਰ ਕੁਝ ਦਿਨਾਂ ਤੋਂ ਮੈਂ ਉਸ ਅੰਦਰ ਅਜੀਬ ਜਿਹਾ ਬਦਲਾਵ ਦੇਖ ਰਹੀ ਹਾਂ। ਮੈਂ ਨੋਟ ਕੀਤਾ ਹੈ ਕਿ ਇੱਕ ਤਾਂ ਉਸ ਦੀਆਂ ਅੱਖਾਂ 'ਚ ਹਮੇਸ਼ਾ ਨੀਂਦ ਰਹਿੰਦੀ ਆ ਤੇ ਇੱਕ ਜਿਵੇਂ ਲੱਗਦਾ ਉਹ ਰਾਤ ਨੂੰ ਸੌਂਦੀ ਨਹੀਂ, ਥੋੜ੍ਹਾ ਥੋੜ੍ਹਾ ਲੰਗੜਾ ਕੇ ਤੁਰਦੀ ਹੈ। ਜੇ ਪੁੱਛਦੇ ਹਾਂ ਤਾਂ ਕਹਿੰਦੀ ਹੈ ਮੇਰੇ ਸਰੀਰ ਵਿੱਚ ਦਰਦ ਰਹਿੰਦਾ। ਇਸ ਲਈ ਮੈਡਮ ਨੇ ਉਸ ਨੂੰ ਕੁਝ ਦਿਨ ਪਹਿਲਾਂ ਹੀ ਛੁੱਟੀ ਦੇ ਦਿੱਤੀ ਸੀ। ਹੁਣ ਉਹ ਕਾਫੀ ਦਿਨਾਂ ਤੋਂ ਹੋਸਟਲ ਨਹੀਂ ਆਈ, ਪਰ ਉਹ ਸਕੂਲ ਵਿੱਚ ਥੱਕੀ ਰਹਿਣ ਕਾਰਨ ਮੈਂ ਵੀ ਉਸ ਲਈ ਚਿੰਤਾ ਵਿੱਚ ਹਾਂ। ਤੁਸੀਂ ਆਪਣੀ ਬੱਚੀ ਦਾ ਘਰ ਵਿੱਚ ਖਿਆਲ ਰੱਖੋ। ਮੈਂ ਘਰੇ ਆ ਗਈ। ਅਗਲੇ ਦਿਨ ਮੇਰੀ ਨਨਾਣ ਰੀਤ ਘਰ ਆਈ ਤਾਂ ਉਸਨੇ ਹੱਥ 'ਚ ਕੱਪੜਿਆਂ ਦਾ ਥੈਲਾ ਸੀ। ਮੈਂ ਆਉਣ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ਤੇਰੀ ਬੇਟੀ ਲਈ ਆਈ ਆ। ਮੈਂ ਕਿਹਾ, ਮੇਰੀ ਬੇਟੀ ਲਈ ਕਿਉਂ ਆਈ ਏ? ਉਸਨੇ ਕਿਹਾ, ਪਹਿਲਾਂ ਵਾਅਦਾ ਕਰ ਤੂੰ ਆਪਣੀ ਬੇਟੀ ਨੂੰ ਮੇਰੇ ਨਾਲ ਭੇਜੇਂਗੀ ਤਾਂ ਮੈਂ ਤੇਰੀ ਬੇਟੀ ਬਾਰੇ ਸਾਰੀਆਂ ਗੱਲਾਂ ਦੱਸਾਂਗੀ ਜੋ ਅੱਜ ਤੱਕ ਉਹ ਕਰਦੀ ਰਹੀ ਆ। ਮੈਂ ਉਸਦੇ ਮੂੰਹੋਂ ਇਹ ਸੁਣ ਕੇ ਝੱਟ ਹਾਂ ਕਰ ਦਿੱਤੀ, ਪਰ ਗੁੱਸਾ ਮੈਨੂੰ ਬਹੁਤ ਆਇਆ। ਤੈਨੂੰ ਪਤਾ ਤੁਹਾਡੇ ਘਰ ਦੀ ਕਿਹੋ ਜਿਹੀ ਹਾਲਤ ਏ? ਤੁਸੀਂ ਦੋਵੇਂ ਪਤੀ ਪਤਨੀ ਲੜਦੇ ਰਹਿੰਦੇ ਹੋ। ਪਤੀ ਤੇਰਾ ਸਾਰਾ ਦਿਨ ਸ਼ਰਾਬ ਪੀ ਰੱਖਦਾ। ਇਹ ਸਭ ਦੇਖ ਕੇ ਤੁਹਾਡੀ ਬੇਟੀ ਪਰੇਸ਼ਾਨ ਰਹਿੰਦੀ ਸੀ ਤੇ ਪੈਸਿਆਂ ਦੀ ਤੰਗੀ ਕਰਕੇ ਉਹ ਕੁਝ ਕਰ ਹੀ ਨਹੀਂ ਸਕਦੀ ਸੀ। ਇੱਕ ਦਿਨ ਇਸ ਨੇ ਮੈਨੂੰ ਸਾਰਾ ਕੁਝ ਦੱਸ ਦਿੱਤਾ ਤਾਂ ਮੈਂ ਉਸ ਨੂੰ ਕਿਹਾ, ਤੂੰ ਰਾਤ ਨੂੰ ਮੇਰੇ ਤੇ ਮੇਰੇ ਬੇਟੇ ਨਾਲ ਬਾਰ 'ਚ ਡਾਂਸ ਕਰਿਆ ਕਰ ਤੇ ਉਸ ਨਾਲ ਤੈਨੂੰ ਬਹੁਤ ਸਾਰੇ ਪੈਸੇ ਮਿਲਣਗੇ
ਤੇਰੀਆਂ ਸਾਰੀਆਂ ਲੋੜਾਂ ਦੀ ਪੂਰਤੀ ਹੋਵੇਗੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ। ਉਹ ਇਹ ਸੁਣ ਕੇ ਮੇਰੀ ਗੱਲ ਮੰਨ ਗਈ ਤੇ ਮੇਰੇ ਨਾਲ ਜਾਣ ਲੱਗੀ। ਮੈਂ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਰਾਤ ਨੂੰ ਲੈ ਜਾਂਦੀ। ਇਸ ਲਈ ਡਾਂਸ ਕਰਦੇ ਕਰਦੇ ਉਸ ਦੇ ਪੈਰਾਂ 'ਚ ਬਹੁਤ ਤਕਲੀਫ ਹੁੰਦੀ, ਜਿਸ ਕਰਕੇ ਉਹ ਲੰਗੜਾ ਕੇ ਚੱਲਦੀ। ਮੈਂ ਉਸ ਨੂੰ ਅਜਿਹੀ ਦਵਾਈ ਵੀ ਦਿੰਦੀ ਜਿਸ ਨਾਲ ਉਸ ਨੂੰ ਥਕਾਵਟ ਨਾ ਹੋਵੇ, ਪਰ ਸਾਰੀ ਰਾਤ ਡਾਂਸ ਕਰਨ ਨਾਲ ਥਕਾਵਟ ਹੋ ਹੀ ਜਾਂਦੀ ਤੇ ਉਹ ਉਮਰ ਤੋਂ ਵੱਡੀ ਦਿਸਣ ਲੱਗ ਗਈ। ਇਸ ਤਰ੍ਹਾਂ ਕਰਨ ਨਾਲ ਮੇਰੇ ਘਰੇ ਵੀ ਪੈਸੇ ਆਉਣ ਲੱਗੇ ਤੇ ਕੁਝ ਪੈਸੇ ਮੈਂ ਉਸ ਨੂੰ ਦੇ ਦਿੰਦੀ। ਇਹ ਵੀ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੀ। ਪਰ ਹੁਣ ਕਈ ਦਿਨਾਂ ਤੋਂ ਇਹ ਨਾ ਆਈ ਤਾਂ ਮੈਂ ਤੁਹਾਡੇ ਘਰ ਇਸ ਨੂੰ ਲੈਣ ਆ ਗਈ। ਹੁਣ ਤੂੰ ਜਲਦੀ ਕਰ, ਇਸ ਨੂੰ ਮੇਰੇ ਨਾਲ ਤੋਰ ਤੇ ਨਾਲੇ ਤੂੰ ਐਸ਼ ਕਰ। ਇਹ ਸਭ ਸੁਣ ਕੇ ਮੈਂ ਆਪਣੀ ਨਨਾਣ ਦੇ 2-3 ਥੱਪੜ ਜੜ ਦਿੱਤੇ। ਮੈਂ ਉਸ ਨੂੰ ਕਿਹਾ, ਤੇਰਾ ਭਰਾ ਤਾਂ ਜਿਹੋ ਜਿਹਾ ਸੀ ਉਹ ਤਾਂ ਹੈ, ਪਰ ਤੂੰ ਵੀ ਕੀ ਨਿਕਲੀ। ਇੱਕ ਵਾਰ ਆਪਣੀ ਭਤੀਜੀ ਬਾਰੇ ਤਾਂ ਸੋਚ ਲੈਂਦੀ। ਮੈਂ ਆਪਣੇ ਘਰ ਦੇ ਝਗੜਿਆਂ 'ਚ ਇੰਨੀ ਰੁੱਝੀ ਰਹਿੰਦੀ ਕਿ ਆਪਣੀ ਬੱਚੀ 'ਤੇ ਧਿਆਨ ਹੀ ਨਹੀਂ ਦਿੱਤਾ, ਜਿਸ ਦਾ ਨਤੀਜਾ ਮੈਨੂੰ ਮਿਲ ਗਿਆ ਸੀ। ਅਖੀਰ ਵਿੱਚ ਮੈਂ ਇਹੀ ਕਹਾਂਗੀ ਕਿ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ, ਪਰ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ। ਆਪਣੀ ਇੱਕ ਅਣਗਹਿਲੀ ਆਪਣੇ ਬੱਚੇ ਦਾ ਭਵਿੱਖ ਖਰਾਬ ਕਰ ਸਕਦੀ ਆ। So do like, share and subscribe to our YouTube channel. Thank you so much.